12ਵੀਂ ਜਮਾਤ ਦੇ ਪੰਜਾਬੀ 94ਵਾਂ ਵਿਸ਼ੇ ਨਾਲ ਜੁੜੇ ਵਿਦਿਆਰਥੀ ਅਤੇ ਉਹਨਾਂ ਦੇ ਨਾਲ ਐਜੂਸੈਟ ਕਮਰਿਆਂ ਦੇ ਵਿੱਚ ਪਹੁੰਚੇ ਪੰਜਾਬੀ ਲੈਕਚਰਰ ਜੀਓ, ਆਪ ਸਭਨਾਂ ਦਾ ਅੱਜ ਦੇ ਇਸ ਪਾਠ ਵਿੱਚ ਮੇਰੇ ਯਾਨੀ ਹਰਮੀਤ ਕੌਰ ਵੱਲੋਂ ਆਪ ਜੀ ਦਾ ਨਿੱਘਾ ਸਵਾਗਤ ਹੈ। ਅੱਜ ਦਾ ਇਹ ਪਾਠ ਗੁਰੂ ਅੰਗਦ ਦੇਵ ਜੀ ਦੀ ਰਚਨਾ ਤੇ ਆਧਾਰਿਤ ਹੈ। ਗੁਰੂ ਅੰਗਦ ਦੇਵ ਜੀ ਦੀਆਂ ਰਚਨਾਵਾਂ ਬੱਚਿਓ, ਤੁਸੀਂ ਪੰਜਾਬੀ 94ਵਾਂ ਵਿਸ਼ਾ ਦੇ ਨਾਲ ਜੁੜੇ ਹੋਏ ਹੋ। ਅਪ੍ਰੈਲ ਤੋਂ ਹੀ 12ਵੀਂ ਜਮਾਤ ਦਾ ਪਾਠਕ੍ਰਮ ਜਿਹੜਾ ਉਹ ਤੁਸੀਂ ਪੜ੍ਹ ਰਹੇ ਹੋ। 3 ਕਿਤਾਬਾਂ ਤੁਸੀਂ ਇਸ ਸਾਲ ਦੇ ਦੌਰਾਨ, ਇਸ ਵਿਦਿਅਕ ਵਰ੍ਹੇ ਦੇ ਦੌਰਾਨ ਪੜ੍ਹਦੇ ਹੋ ਆਪਣੇ ਪਾਠਕ੍ਰਮ ਦੇ ਦੌਰਾਨ ਪੰਜਾਬੀ 94ਵੇਂ ਵਿਸ਼ੇ ਦੀਆਂ। ਉਹਦੇ ਵਿੱਚੋਂ ਇੱਕ ਕਿਤਾਬ ਹੈ ਪੰਜਾਬੀ ਕਵਿਤਾ ਦੇ ਨਾਲ ਸੰਬੰਧਿਤ, ਪੰਜਾਬੀ ਕਾਵ ਦੇ ਨਾਲ ਸੰਬੰਧਿਤ ਮੱਧਕਾਲੀਨ ਪੰਜਾਬੀ ਕਾਵ। ਉਸ ਕਿਤਾਬ ਦੇ ਵਿੱਚੋਂ ਸਾਡਾ ਅੱਜ ਦਾ ਜੋ ਅਸੀਂ ਟੌਪਿਕ ਕਰਨ ਜਾ ਰਹੇ ਹਾਂ ਉਹ ਉਸ ਵਿੱਚੋਂ ਲਿਆ ਗਿਆ ਹੈ। ਉਸ ਦੇ ਵਿੱਚ ਗੁਰਮਤਿ ਕਾਵ ਦੇ ਅੰਤਰਗਤ ਇਹ ਟੌਪਿਕ ਤੁਸੀਂ ਪੜ੍ਹਦੇ ਹੋ। ਗੁਰੂ ਅੰਗਦ ਦੇਵ ਜੀ ਦੇ ਬਾਰੇ ਵਿੱਚ ਥੋੜ੍ਹੀ ਜਿਹੀ ਜਾਣਕਾਰੀ ਕੁਝ ਤੁਹਾਨੂੰ ਪਹਿਲਾਂ ਤੋਂ ਹੀ ਹੈ, ਕਿਉਂਕਿ ਤੁਸੀਂ ਇਤਿਹਾਸ ਵੀ ਪੜ੍ਹਦੇ ਹੋ ਤੇ ਛੋਟੀਆਂ ਜਮਾਤਾਂ ਦੇ ਵਿੱਚ ਵੀ ਤੁਸੀਂ ਸਿੱਖ ਗੁਰੂਆਂ ਬਾਰੇ, ਸਿੱਖ ਇਤਿਹਾਸ ਬਾਰੇ ਜਾਣਕਾਰੀ ਲੈ ਕੇ ਹੀ ਆਏ ਹੋ। ਤਾਂ ਗੁਰੂ ਅੰਗਦ ਦੇਵ ਜੀ ਅਸੀਂ ਜਾਣਦੇ ਹਾਂ ਕਿ ਸਿੱਖ ਧਰਮ ਦੇ ਵਿੱਚ ਦੂਜੇ ਗੁਰੂ ਹੋਏ ਤੇ ਉਹਨਾਂ ਦੇ ਜੀਵਨ ਦੇ ਥੋੜੇ ਜਿਹੇ ਵੇਰਵੇ ਅਸੀਂ ਸਾਂਝੇ ਕਰਦੇ ਹਾਂ। ਦੁਬਾਰਾ ਤੋਂ ਉਹਨਾਂ ਬਾਰੇ ਥੋੜੀ ਜਾਣਕਾਰੀ ਲੈਂਦੇ ਹਾਂ। ਉਹਨਾਂ ਦਾ ਜੀਵਨ ਸਮਾਂ 1504 ਤੋਂ ਲੈ ਕੇ 1552 ਈਸਵੀ ਤੱਕ ਦਾ ਮੰਨਿਆ ਗਿਆ ਹੈ ਤੇ ਉਹਨਾਂ ਦਾ ਜਨਮ ਸਥਾਨ ਪਿੰਡ ਮੱਤੇ ਦੀ ਸਰਾਂ, ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਹੈ, ਜਿੱਥੇ ਉਹਨਾਂ ਦਾ ਜਨਮ ਹੋਇਆ। ਉਹਨਾਂ ਦੇ ਪਿਤਾ ਜੀ ਦਾ ਨਾਮ ਭਾਈ ਫੇਰੂਮਲ ਜੀ ਸੀ ਤੇ ਗੁਰੂ ਅੰਗਦ ਦੇਵ ਜੀ ਦਾ ਪਹਿਲਾ ਨਾਮ ਭਾਈ ਲਹਿਣਾ ਜੀ ਸੀ। ਘਰਦਿਆਂ ਨੇ ਉਹਨਾਂ ਦਾ ਨਾਮ ਭਾਈ ਲਹਿਣਾ ਰੱਖਿਆ ਸੀ, ਪਰ ਜਦੋਂ ਉਹ ਗੁਰੂ ਨਾਨਕ ਦੇਵ ਜੀ ਦੇ ਸੰਪਰਕ ਵਿੱਚ ਆਏ, ਉਹਨਾਂ ਦੇ ਨਾਲ ਰਹੇ, ਉਹਨਾਂ ਦੀ ਸੰਗਤ ਕੀਤੀ, ਤਾਂ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦਾ ਨਾਮ ਜਿਹੜਾ ਬਦਲ ਕੇ ਅੰਗਦ ਰੱਖ ਦਿੱਤਾ ਸੀ। ਤੇ 28 ਸਾਲ ਦੀ ਉਮਰ ਜਦੋਂ ਸੀ ਭਾਈ ਲਹਿਣਾ ਜੀ ਦੀ, ਤਾਂ ਉਹ ਗੁਰੂ ਨਾਨਕ ਦੇਵ ਜੀ ਦੇ ਸੰਪਰਕ ਵਿੱਚ ਆਏ, ਉਹਨਾਂ ਦੀਆਂ ਸਿੱਖਿਆਵਾਂ ਨੂੰ ਮੰਨਣ ਲੱਗੇ ਤੇ ਉਹਨਾਂ ਦੀ ਸੰਗਤ ਕਰਨ ਲੱਗੇ। ਤੇ ਉਹਨਾਂ ਦਾ ਜਿਹੜਾ ਮਨ ਸੀ ਬਹੁਤ ਜ਼ਿਆਦਾ ਭਗਤੀ ਭਾਵ ਨਾਲ ਭਰਿਆ ਹੋਇਆ ਸੀ। ਗੁਰੂ ਸੇਵਾ ਕਰਕੇ ਉਹਨਾਂ ਦਾ ਮਨ ਪ੍ਰਸੰਨ ਸੀ ਤੇ ਉਹਨਾਂ ਦੇ ਇਸੇ ਹੀ ਸੇਵਾ ਭਾਵ ਨੂੰ ਦੇਖਦੇ ਹੋਏ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਗੁਰਿਆਈ ਸੌਂਪੀ ਤੇ ਉਹ ਦੂਸਰੇ ਜਿਹੜੇ ਗੁਰੂ ਨੇ, ਸਿੱਖ ਗੁਰੂ, ਸਿੱਖ ਧਰਮ ਦੇ ਵਿੱਚ ਦੂਜੇ ਗੁਰੂ ਅਖਵਾਏ। ਇਹ ਥੋੜੀ ਜਿਹੀ ਜਾਣਕਾਰੀ ਉਹਨਾਂ ਦੇ ਜੀਵਨ ਬਾਰੇ ਤੁਹਾਡੇ ਸਾਹਮਣੇ ਸਕਰੀਨ ਤੇ ਇਹ ਜਿਹੜੇ ਵੇਰਵੇ ਨੇ ਉਹ ਲਿਖ ਕੇ ਵੀ ਆ ਰਹੇ ਨੇ। ਨਾਲੋਂ ਨਾਲ ਨੋਟਸ ਬਣਾਉਣ ਦੀ ਆਦਤ ਬੱਚਿਓ ਜ਼ਰੂਰ ਪਾਓ। ਹਰ ਬੱਚਾ ਜੋ ਪੰਜਾਬੀ ਸਾਹਿਤ ਦੇ ਨਾਲ ਜੁੜਿਆ ਹੋਇਆ ਹੈ, ਮੇਰੀ ਉਸ ਅੱਗੇ ਗੁਜ਼ਾਰਿਸ਼ ਹੈ ਕਿ ਤੁਸੀਂ ਲੈਕਚਰ ਨੂੰ ਸਿਰਫ ਸੁਣਨ ਦੀ ਬਜਾਏ ਨਾਲ ਲਿਖਣ ਤੇ ਨੋਟ ਕਰਨ ਦੀ ਆਦਤ ਜ਼ਰੂਰ ਅਪਣਾ ਲਵੋ। ਇਹ ਬਹੁਤ ਚੰਗੀ ਆਦਤ ਹੈ ਤੇ ਤੁਹਾਡੇ ਲਈ ਤੁਹਾਡੀਆਂ ਆਉਣ ਵਾਲੀਆਂ ਅਗਲੀਆਂ ਜਮਾਤਾਂ ਦੇ ਵਿੱਚ ਵੀ ਸਹਾਈ ਸਿੱਧ ਹੋਏਗੀ। ਜਦੋਂ ਬਹੁਤ ਸਾਰਾ ਸਿਲੇਬਸ ਹੋ ਜਾਂਦਾ ਹੈ, ਬਹੁਤ ਜ਼ਿਆਦਾ ਪਾਠਕ੍ਰਮ ਹੋ ਜਾਂਦਾ ਹੈ, ਤਾਂ ਤੁਸੀਂ ਸਿਰਫ ਸੁਨੇ ਸੁਣਾਏ ਲੈਕਚਰ ਜਿਹੜੇ ਆ ਉਹ ਨਹੀਂ ਪੇਪਰਾਂ ਦੇ ਵਿੱਚ ਰਿਕਵਰ ਕਰ ਸਕਦੇ। ਤੁਸੀਂ ਲਿਖ ਕੇ ਜਦੋਂ ਨੋਟਸ ਬਣਾਉਣੇ ਹੋ ਤਾਂ ਉਹ ਜ਼ਿਆਦਾ ਸਮੇਂ ਤੱਕ ਯਾਦ ਰਹਿੰਦਾ। ਸੋ ਲਿਖ ਕੇ ਜ਼ਰੂਰ ਨੋਟਸ ਬਣਾਓ। ਗੁਰੂ ਅੰਗਦ ਦੇਵ ਜੀ ਦੇ ਬਾਰੇ ਵਿੱਚ, ਉਹਨਾਂ ਦੇ ਜੀਵਨ ਬਾਰੇ ਵਿੱਚ ਅਸੀਂ ਥੋੜੀ ਜਿਹੀ ਜਾਣਕਾਰੀ ਲੈ ਲਈ। ਹੁਣ ਗੱਲ ਕਰਦੇ ਹਾਂ ਅੱਗੇ ਉਹਨਾਂ ਦੀਆਂ ਰਚਨਾਵਾਂ ਬਾਰੇ, ਕਿਉਂਕਿ ਸਾਡਾ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਕੇਂਦਰਿਤ ਹੈ ਉਹਨਾਂ ਦੀਆਂ ਰਚਨਾਵਾਂ ਬਾਰੇ। ਗੁਰੂ ਅੰਗਦ ਦੇਵ ਜੀ ਦੀ ਜਿਹੜੀ ਬਾਣੀ ਆ, ਜਿਹੜੀ ਰਚਨਾ ਹੈ, ਉਹ ਸ਼ਲੋਕਾਂ ਦੇ ਰੂਪ ਵਿੱਚ ਹੈ ਤੇ ਗਿਣਤੀ ਦੇ ਵਿੱਚ ਇਹ ਸ਼ਲੋਕ 62 ਹਨ। ਕੁੱਲ 62 ਸ਼ਲੋਕ ਉਹਨਾਂ ਦੇ ਮਿਲਦੇ ਆ ਜੋ ਦਰਜ ਹਨ ਅਲੱਗ-ਅਲੱਗ ਵਾਰਾਂ ਦੇ ਵਿੱਚ। ਉਹਨਾਂ ਦੀ ਜਿਹੜੀ ਰਚਨਾ ਹੈ ਉਸ ਦਾ ਮੁੱਖ ਵਿਸ਼ਾ ਗੁਰੂ ਭਗਤੀ, ਗੁਰੂ ਦਾ ਸਤਿਕਾਰ ਕਿਵੇਂ ਕਰਨਾ ਹੈ, ਕਿਸ ਤਰ੍ਹਾਂ ਦੇ ਨਾਲ ਆਪਣਾ ਮਨ ਭਗਤੀ ਭਾਵ ਵਿੱਚ ਰੱਖਣਾ ਹੈ ਤੇ ਮਨ ਦੇ ਅੰਦਰ ਸੇਵਾ ਭਾਵ, ਇਹ 2 ਵਿਸ਼ੇ ਉਹਨਾਂ ਦੀ ਰਚਨਾ ਦਾ ਮੂਲ ਵਿਸ਼ਾ ਨੇ।
ਇਸੇ ਤੇ ਹੀ ਸਾਰੀ ਉਹਨਾਂ ਦੀ ਰਚਨਾ, ਸਾਰੀ ਉਹਨਾਂ ਦੀ ਬਾਣੀ ਆਧਾਰਿਤ ਹੈ। ਉਹਨਾਂ ਨੇ ਆਪਣੇ ਇਹਨਾਂ ਸ਼ਲੋਕਾਂ ਦੇ ਰਾਹੀਂ ਵਧੀਆ ਜੀਵਨ ਲਈ, ਸੁਚੱਜੇ ਜੀਵਨ ਲਈ ਬਹੁਤ ਸਾਰੇ ਸੁਝਾਅ ਦਿੱਤੇ ਆ। ਬਹੁਤ ਸੌਖੀ ਤੇ ਸਾਦਾ ਬੋਲੀ ਵਿੱਚ। ਬੋਲੀ ਉਹਨਾਂ ਦੀ ਇੰਨੀ ਸੌਖੀ ਤੇ ਸਰਲ ਹੈ ਕਿ ਹਰੇਕ ਨੂੰ ਪੜ੍ਹਦਿਆਂ ਸਮਝ ਲੱਗਦੀ ਆ। ਸੋ ਅਸੀਂ ਚੰਗਾ ਜੀਵਨ, ਵਧੀਆ ਜੀਵਨ ਕਿਸ ਤਰ੍ਹਾਂ ਬਤੀਤ ਕਰ ਸਕਦੇ ਹਾਂ, ਗੁਰੂ ਦੀ ਭਗਤੀ ਵਿੱਚ ਤੇ ਆਪਣੇ ਮਨ ਨੂੰ ਸੇਵਾ ਭਾਵ ਦੇ ਵਿੱਚ ਕਿਸ ਤਰ੍ਹਾਂ ਰੱਖ ਸਕਦੇ ਹਾਂ, ਇਹ ਸੁਝਾਅ ਉਹਨਾਂ ਦੀ ਰਚਨਾ ਦੇ ਵਿੱਚ ਸਾਨੂੰ ਮਿਲਦੇ ਆ। ਤੇ ਇੱਕ ਉਹਨਾਂ ਦਾ ਹੋਰ ਬਹੁਤ ਵੱਡਾ ਯੋਗਦਾਨ ਪੰਜਾਬੀ ਲਿਪੀ ਲਈ ਆ, ਜਿਹੜੀ ਸਾਡੀ ਅਜੋਕੀ ਲਿਪੀ ਆ, ਜਿਸ ਨੂੰ ਅਸੀਂ ਵਰਤਦੇ ਹਾਂ ਤੇ ਗੁਰਮੁਖੀ ਲਿਪੀ ਉਸ ਦਾ ਨਾਮ ਪੜ੍ਹਦੇ ਹਾਂ। ਉਸ ਨੂੰ ਜੋ ਹੁਣ ਦੀ ਤਰਤੀਬ ਹੈ, ਜਿਸ ਤਰੀਕੇ ਦੇ ਨਾਲ ਅਸੀਂ ਅੱਜ ਦੀ ਤਰੀਕੇ ਨਾਲ ਪੜ੍ਹ ਰਹੇ ਹਾਂ, ਇਹ ਤਰਤੀਬ ਗੁਰੂ ਅੰਗਦ ਦੇਵ ਜੀ ਨੇ ਇਸ ਲਿਪੀ ਨੂੰ ਦਿੱਤੀ ਤੇ ਇਸੇ ਕਰਕੇ ਹੀ ਇਸ ਲਿਪੀ ਦਾ ਨਾਮ ਗੁਰਮੁਖੀ ਲਿਪੀ ਪਿਆ। ਕਈ ਵਾਰੀ ਕਿਤਾਬਾਂ ਦੇ ਵਿੱਚ ਇਹ ਵੀ ਲਿਖਿਆ ਮਿਲ ਜਾਂਦਾ ਹੈ, ਖਾਸ ਕਰ ਪੁਰਾਣੀਆਂ ਕਿਤਾਬਾਂ ਦੇ ਵਿੱਚ, ਕਿ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਬਣਾਈ, ਤਾਂ ਇਸ ਕਰਕੇ ਇਸ ਨੂੰ ਨਾਮ ਜਿਹੜਾ ਹੈ ਗੁਰਮੁਖੀ ਲਿਪੀ ਦਾ ਦਿੱਤਾ ਗਿਆ। ਪਰ ਇਸ ਤਰ੍ਹਾਂ ਨਹੀਂ ਸੀ, ਇਹ ਲਿਪੀ ਪਹਿਲਾਂ ਤੋਂ ਹੀ ਪ੍ਰਚਲਿਤ ਸੀ। ਗੁਰੂ ਨਾਨਕ ਦੇਵ ਜੀ ਨੇ ਵੀ ਆਪਣੀ ਜਿਹੜੀ ਬਾਣੀ ਆ, ਜੋ ਰਚਨਾ ਕੀਤੀ ਆ, ਉਹ ਇਸੇ ਲਿਪੀ ਤੇ ਆਧਾਰਿਤ ਕੀਤੀ ਆ। ਪਰ ਉਹਨਾਂ ਦੀ ਇੱਕ ਬਾਣੀ ਆ, ਪੱਟੀ ਨਾਮ ਹੈ ਉਸਦਾ, ਉਸ ਦੇ ਵਿੱਚ ਉਹ ਜਿਹੜਾ ਸ਼ਬਦ ਜਿਹੜੇ ਉਹਨਾਂ ਨੇ ਜੋ ਰਚਨਾ ਕੀਤੀ ਆ, ਉਹ ਸੱਸਾ ਸ਼ਬਦ ਨਾਲ ਸ਼ੁਰੂ ਹੁੰਦੇ ਆ, ਜਦੋਂ ਕਿ ਅੱਜ ਦੀ ਜਿਹੜੀ ਤਰਤੀਬ ਹੈ ਉਹ ਵੱਖਰੀ ਆ। ਤੇ ਇਹ ਮੰਨਿਆ ਜਾਂਦਾ ਹੈ ਕਿ ਗੁਰੂ ਅੰਗਦ ਦੇਵ ਜੀ ਨੇ ਇਸ ਲਿਪੀ ਨੂੰ ਬਣਾਇਆ ਨਹੀਂ, ਸਗੋਂ ਇਸ ਨੂੰ ਤਰਤੀਬ ਵਿੱਚ ਕੀਤਾ, ਅੱਖਰਾਂ ਨੂੰ ਇੱਕਸਾਰ ਇੱਕ ਲੜੀ ਵਿੱਚ ਪਰੋਇਆ, ਜੋ ਲੜੀ ਜਿਹੜੀ ਅੱਜ ਵੀ ਪ੍ਰਚਲਿਤ ਹੈ, ਜਿਸ ਨੂੰ ਅਸੀਂ ਗੁਰਮੁਖੀ ਲਿਪੀ ਦਾ ਨਾਮ ਦਿੰਦੇ ਹਾਂ। ਤੇ ਇਹ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਪੰਜਾਬੀ ਭਾਸ਼ਾ ਲਈ, ਪੰਜਾਬੀ ਲਿਪੀ ਲਈ। ਤੇ ਗੱਲ ਕਰਦੇ ਹਾਂ ਉਹਨਾਂ ਦੀਆਂ ਰਚਨਾਵਾਂ ਬਾਰੇ। ਉਹਨਾਂ ਦੀ ਰਚਨਾ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕਿ ਸਾਰੀ ਦੀ ਸਾਰੀ ਬਾਣੀ ਗੁਰੂ ਦੀ ਮਹਿਮਾ, ਗੁਰੂ ਦੇ ਨਾਲ ਪਿਆਰ, ਗੁਰੂ ਦੇ ਲਈ ਮਨ ਵਿੱਚ ਭਗਤੀ, ਇਸ ਵਿਸ਼ੇ ਤੇ ਆਧਾਰਿਤ ਨੇ ਉਹਨਾਂ ਦੀਆਂ ਰਚਨਾਵਾਂ। ਉਹਨਾਂ ਦੇ ਮਨ ਦੇ ਵਿੱਚ ਗੁਰੂ ਦੇ ਨਾਲ ਪਿਆਰ ਕਿਸ ਤਰ੍ਹਾਂ ਨਿਭਾਇਆ ਜਾਵੇ, ਕਿੰਨਾ ਉਹ ਗੁਰੂ ਨੂੰ ਅਹਿਮ ਮੰਨਦੇ ਆ, ਇਹ ਉਹਨਾਂ ਦੀ ਇੱਕ ਜਿਹੜੀ ਰਚਨਾ ਹੈ, ਇੱਕ ਸ਼ਲੋਕ ਹੈ, ਉਹ ਤੁਹਾਡੇ ਸਾਹਮਣੇ ਸਕਰੀਨ ਤੇ ਹੈ। ਜੇ 100 ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਇਸ ਤਰ੍ਹਾਂ ਨਾਲ ਉਹ ਗੁਰੂ ਦੀ ਅਹਿਮੀਅਤ ਦਰਸਾਉਂਦੇ ਆ। ਜੇ 100 ਚੰਦਾ, 100 ਤੋਂ ਕੀ ਭਾਵ 100 ਚੰਦਾ ਚੰਦਰਮਾ, ਉਗਵੇ ਉਗ ਪਵੇ, ਚੜ ਜਾਣ, ਸੂਰਜ ਚੜੇ ਹਜ਼ਾਰ, ਤੇ ਸੂਰਜ ਹਜ਼ਾਰਾਂ ਦੀ ਗਿਣਤੀ ਵਿੱਚ ਹੋਣ। ਜੇ ਇੰਨੀ ਰੋਸ਼ਨੀ ਹੋ ਜਾਵੇ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਸੂਰਜ ਚੜੇ ਹੋਣ ਤੇ 100 ਦੇ ਕਰੀਬ ਚੰਦਰਮਾ ਚੜੇ ਹੋਣ, ਤਾਂ ਇੰਨਾ ਜਿਹੜਾ ਚਾਨਣ, ਇੰਨੀ ਰੋਸ਼ਨੀ ਹੋਏਗੀ। ਇੱਥੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ, ਤੇ ਇੰਨਾ ਚਾਨਣ, ਇੰਨੀ ਰੋਸ਼ਨੀ ਦਾ ਹੋਣਾ ਵੀ ਬੇਕਾਰ ਹੈ ਜੇ ਗੁਰੂ ਦਾ ਸਾਥ ਨਹੀਂ, ਜੇ ਕੋਈ ਰਾਹ ਦਿਖਾਉਣ ਵਾਲਾ ਚੰਗਾ ਪਹੁੰਚਿਆ ਹੋਇਆ ਗੁਰੂ ਨਹੀਂ, ਉਸ ਦੇ ਬਿਨਾ ਸਭ ਕੁਝ ਹਨੇਰਾ ਹੈ। ਸਭ ਕੁਝ ਜਾਣਕਾਰੀ ਇਨਸਾਨ ਨੂੰ ਨਹੀਂ ਮਿਲਦੀ ਜਦ ਤੱਕ ਉਹ ਕਿਸੇ ਚੰਗੇ ਗੁਰੂ ਨੂੰ ਨਹੀਂ ਧਾਰ ਲੈਂਦਾ। ਸੋ ਗੁਰੂ ਦੀ ਸਾਡੇ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਅਹਿਮੀਅਤ ਹੈ। ਜਦ ਤੱਕ ਸਾਨੂੰ ਕੋਈ ਰਾਹ ਦਿਖਾਉਣ ਵਾਲਾ, ਕੋਈ ਸੇਧ ਦੇਣ ਵਾਲਾ ਨਾ ਹੋਵੇ, ਉਦੋਂ ਤੱਕ ਅਸੀਂ ਆਪਣੇ ਜੀਵਨ ਨੂੰ ਚੰਗੇਰਾ, ਵਧੀਆ ਨਹੀਂ ਬਣਾ ਸਕਦੇ। ਸੋ ਉਹਨਾਂ ਨੇ ਆਪਣੀ ਰਚਨਾ ਦੇ ਵਿੱਚ, ਆਪਣੀ ਬਾਣੀ ਦੇ ਵਿੱਚ ਗੁਰੂ ਦੀ ਅਹਿਮੀਅਤ ਨੂੰ ਬਾਖੂਬੀ ਦਰਸਾਇਆ ਹੈ। ਜੇ 100 ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ, ਕਿ ਗੁਰੂ ਸਭ ਤੋਂ ਉੱਪਰ ਹੈ, ਗੁਰੂ ਸਭ ਤੋਂ ਸ਼੍ਰੇਸ਼ਟ ਹੈ। ਇਸ ਚੀਜ਼ ਨੂੰ ਉਹਨਾਂ ਦੀ ਬਾਣੀ ਦੇ ਵਿੱਚ ਬਹੁਤ ਬਿਆਨਿਆ ਗਿਆ। ਵਿਸ਼ੇ ਦੀ ਗੱਲ ਅਸੀਂ ਕਰ ਲਈ ਕਿ ਮੂਲ ਵਿਸ਼ਾ, ਮੁੱਖ ਵਿਸ਼ਾ ਗੁਰੂ ਤੇ ਆਧਾਰਿਤ ਹੈ। ਗੁਰੂ ਦੇ ਪ੍ਰਤੀ ਪਿਆਰ, ਗੁਰੂ ਪ੍ਰਤੀ ਭਗਤੀ, ਗੁਰੂ ਦੀ ਸੇਵਾ ਮਨ ਦੇ ਵਿੱਚ ਰੱਖ ਕੇ ਚੱਲਣਾ, ਇਸ ਤਰ੍ਹਾਂ ਦਾ ਹੀ ਉਹਨਾਂ ਦਾ ਜੀਵਨ ਰਿਹਾ ਤੇ ਇਸੇ ਤਰ੍ਹਾਂ ਦੇ ਵਿਚਾਰ ਉਹਨਾਂ ਦੀ
ਬਾਣੀ ਦੇ ਵਿੱਚ ਮਿਲਦੇ ਆ। ਹੁਣ ਗੱਲ ਕਰਦੇ ਆ ਰੂਪਕ ਪੱਖ ਉਹਨਾਂ ਦੀ ਬਾਣੀ ਦਾ, ਉਹਨਾਂ ਦੀ ਰਚਨਾ ਦਾ। ਰੂਪਕ ਪੱਖ ਤੋਂ ਬੱਚਿਓ ਕੀ ਭਾਵ ਹੁੰਦਾ ਹੈ? ਬੰਤਰ ਦੇ ਪੱਖੋਂ ਰਚਨਾ ਕਿਹੋ ਜਿਹੀ ਆ, ਲਿਖਣ ਵਾਲੇ ਪਾਸਿਓਂ ਕਿਸ ਤਰ੍ਹਾਂ ਲਿਖਿਆ ਗਿਆ ਹੈ। ਬਨਾਵਟ ਬੰਤਰ ਦੀ ਜਦੋਂ ਅਸੀਂ ਗੱਲ ਕਰਦੇ ਆ, ਉਸ ਦੀ ਪਰਖ ਕਰਦੇ ਆ, ਤਾਂ ਉਹ ਸਾਰੀਆਂ ਚੀਜ਼ਾਂ ਅਸੀਂ ਰੂਪਕ ਪੱਖ ਦੇ ਵਿੱਚ ਲੈਂਦੇ ਆ। ਗੁਰੂ ਅੰਗਦ ਦੇਵ ਜੀ ਦੀ ਬਾਣੀ ਵਿੱਚ ਸੰਖੇਪਤਾ, ਸੰਜਮ ਤੇ ਰਵਾਨੀ ਹੈ। ਸੰਖੇਪ ਥੋੜੇ ਜਿਹੇ ਸ਼ਬਦਾਂ ਦੇ ਵਿੱਚ ਡੂੰਗੀ ਗੱਲ, ਗਹਿਰੀ ਗੱਲ ਸਮਝ ਪੈਂਦੀ ਆ। ਠਹਿਰਾਵ ਆ ਉਹਨਾਂ ਦੀ ਰਚਨਾ ਦੇ ਵਿੱਚ, ਉਹਨਾਂ ਦੇ ਬਿਆਨ ਵਿੱਚ। ਜੋ ਗੱਲ, ਜੋ ਵਿਚਾਰ ਉਹ ਸਾਂਝਾ ਕਰਨਾ ਚਾਹੁੰਦੇ ਆ, ਉਹ ਬਹੁਤ ਟਰਮੇ ਦੇ ਨਾਲ, ਬਹੁਤ ਜ਼ਿਆਦਾ ਗਹਿਰਾ ਵਿਚਾਰ ਬਹੁਤ ਥੋੜੇ ਜਿਹੇ ਸ਼ਬਦਾਂ ਦੇ ਵਿੱਚ ਆਪਣੀ ਬਾਣੀ ਦੇ ਰਾਹੀਂ ਪਾਠਕਾਂ ਤੱਕ ਪਹੁੰਚਦਾ ਹੈ। ਤੇ ਉਹਨਾਂ ਦੀ ਬਾਣੀ ਦੇ ਵਿੱਚ, ਉਹਨਾਂ ਦੀ ਰਚਨਾ ਦੇ ਵਿੱਚ ਰਵਾਨੀ ਆ, ਇੱਕ ਲੈਅ ਹੈ। ਜਦੋਂ ਅਸੀਂ ਉਚਾਰਦੇ ਹਾਂ ਉਹਨਾਂ ਸ਼ਬਦਾਂ ਨੂੰ, ਉਹਨਾਂ ਸ਼ਲੋਕਾਂ ਨੂੰ, ਤਾਂ ਇੱਕ ਕਾਵਿਕ ਲੈਅ ਹੈ, ਇੱਕ ਰਵਾਨੀ ਵੀ ਮਨ ਦੇ ਵਿੱਚ ਆਉਂਦੀ ਹੈ। ਇੱਕ ਉਸ ਲੈਅ ਦੇ ਤਹਿਤ ਅਸੀਂ ਬੱਝੇ ਚਲੇ ਜਾਂਦੇ ਆ ਤੇ ਬਾਣੀ ਪੜ੍ਹਦੇ ਚਲੇ ਜਾਂਦੇ ਆ। ਉਹ ਇੱਕ ਹੋਰ ਵਧੀਆ ਗੱਲ ਉਹਨਾਂ ਦੀ ਬਾਣੀ ਦੀ, ਉਹਨਾਂ ਦੀ ਰਚਨਾ ਦੀ ਇਹ ਹੈ ਕਿ ਉਹਨਾਂ ਦੀ ਭਾਸ਼ਾ, ਜੋ ਉਹਨਾਂ ਨੇ ਭਾਸ਼ਾ ਵਰਤੀ ਆ ਆਪਣੀ ਰਚਨਾ ਵਾਸਤੇ, ਉਹ ਬਹੁਤ ਸ਼ੁੱਧ ਤੇ ਟਕਸਾਲੀ ਪੰਜਾਬੀ ਆ। ਉਸ ਸਮੇਂ ਦਾ ਜਿਸ ਤਰ੍ਹਾਂ ਦਾ ਲੋਕਾਂ ਦਾ ਜਨ ਜੀਵਨ ਸੀ, ਜਿਸ ਤਰ੍ਹਾਂ ਦੀ ਪੰਜਾਬੀ ਵਰਤੀ ਜਾਂਦੀ ਸੀ ਆਮ ਜੀਵਨ ਦੇ ਵਿੱਚ, ਉਹ ਟਕਸਾਲੀ ਪੰਜਾਬੀ ਹੀ ਉਹਨਾਂ ਦੇ ਵੱਲੋਂ ਆਪਣੀ ਬਾਣੀ ਦੇ ਲਈ ਵਰਤੀ ਗਈ ਆ। ਤੇ ਕੁਝ ਜਿਹੜੀਆਂ ਉਹਨਾਂ ਦੀਆਂ ਦੇ ਸ਼ਲੋਕ ਨੇ, ਉਹਨਾਂ ਦੀ ਰਚਨਾ ਹੈ, ਉਹ ਇੰਨੇ ਜ਼ਿਆਦਾ ਸੌਖੇ, ਇੰਨੇ ਜ਼ਿਆਦਾ ਲੋਕਾਂ ਦੇ ਮਨ ਨੂੰ ਟੁੰਬਣ ਵਾਲੇ ਹੋਏ ਕਿ ਉਹ ਅਖਾਣਾਂ ਦਾ ਰੂਪ, ਅਖੌਤਾਂ ਦਾ ਰੂਪ ਧਾਰ ਗਏ ਨੇ। ਲੋਕ ਆਮ ਬੋਲਚਾਲ, ਗੱਲਬਾਤ ਵੇਲੇ ਇਹਨਾਂ ਦੀ ਰਚਨਾ ਦੀਆਂ ਤੁਕਾਂ ਨੂੰ ਵਰਤਦੇ ਨੇ। ਆਮ ਬੋਲਚਾਲ ਦੇ ਵਿੱਚ ਅਖਾਣਾਂ ਦੇ ਵਾਂਗੂ ਜਿਵੇਂ ਅਸੀਂ ਅਖੌਤਾਂ ਵਰਤ ਲੈਂਦੇ ਆ ਆਪਣੀ ਬੋਲੀ ਦੇ ਵਿੱਚ, ਉਸ ਤਰ੍ਹਾਂ ਦੇ ਨਾਲ ਕਈ ਜਿਹੜੀਆਂ ਉਹਨਾਂ ਦੀਆਂ ਕਾਵ ਤੁਕਾਂ ਨੇ ਉਹ ਅਖਾਣਾਂ ਬਣ ਚੁੱਕੀਆਂ ਨੇ। ਜਿਵੇਂ ਉਦਾਹਰਨ ਅਸੀਂ ਲੈ ਸਕਦੇ ਆ, ਨਾਲ ਇਆਣੇ ਦੋਸਤੀ ਕਦੇ ਨਾ ਆਵੇ ਰਾਸ। ਨਾਲ ਇਆਣੇ ਦੋਸਤੀ ਕਦੇ ਨਾ ਆਵੇ ਰਾਸ। ਇਆਣੇ ਦਾ ਭਾਵ ਛੋਟਾ ਬੱਚਾ, ਨਿਆਣਾ, ਛੋਟੇ ਬੱਚੇ ਦੇ ਨਾਲ ਦੋਸਤੀ ਕਦੇ ਨਾ ਆਵੇ ਰਾਸ। ਜੇ ਕੋਈ ਅਜਿਹਾ ਇਨਸਾਨ ਹੈ ਜਿਸ ਦਾ ਬਚਪਨਾ ਅਜੇ ਖਤਮ ਹੀ ਨਹੀਂ ਹੋਇਆ, ਉਸ ਦੇ ਵਿੱਚ ਸਮਝਦਾਰੀ, ਸੂਝ-ਬੂਝ ਆਈ ਹੀ ਨਹੀਂ, ਤਾਂ ਉਹ ਦੋਸਤੀ ਵਰਗੇ ਗਹਿਰੇ ਰਿਸ਼ਤਿਆਂ ਨੂੰ ਬਹੁਤ ਲੰਬਾ ਸਮਾਂ ਨਹੀਂ ਨਿਭਾ ਸਕਦਾ। ਇਹ ਇਸ ਦਾ ਅਰਥ ਹੈ ਕਿ ਜੇ ਅਸੀਂ ਛੋਟੇ ਬੱਚੇ ਦੇ ਨਾਲ ਜਾਂ ਬਚਪਨੇ ਵਾਲੇ ਸੁਭਾਅ ਵਾਲੇ ਵਿਅਕਤੀ ਦੇ ਨਾਲ ਦੋਸਤੀ ਕਰਦੇ ਆ ਤਾਂ ਉਹ ਬਹੁਤ ਲੰਬਾ ਸਮਾਂ ਚੱਲਣ ਵਾਲੀ ਨਹੀਂ। ਸੋ ਇਸ ਪ੍ਰਕਾਰ ਜਿਹੜੀਆਂ ਰਚਨਾਵਾਂ ਨੇ, ਕੁਝ ਕਾਵ ਤੁਕਾਂ ਉਹਨਾਂ ਦੀਆਂ ਅਖਾਣਾਂ ਦੇ ਰੂਪ ਵਿੱਚ ਲੋਕ ਵਰਤਦੇ ਨੇ, ਆਮ ਬੋਲਚਾਲ ਦੇ ਵਿੱਚ ਵਰਤੇ ਜਾਂਦੇ ਨੇ। ਰੋਗ ਦਾਰੂ ਦੋਵੇਂ ਬੁਝੇ ਤਾਂ ਵੈਦ ਸੁਜਾਨ। ਰੋਗ ਭਾਵ ਬਿਮਾਰੀ, ਕਸ਼ਟ ਕੀ ਆ, ਦਾਰੂ ਦਵਾਈ, ਇਲਾਜ, ਦੋਨਾਂ ਚੀਜ਼ਾਂ ਨੂੰ ਬੁੱਝ ਲਵੇ, ਜਾਣ ਲਵੇ ਤਾਂ ਵੈਦ। ਵੈਦ ਦਾ ਭਾਵ ਹਕੀਮ, ਡਾਕਟਰ, ਇਲਾਜ ਕਰਨ ਵਾਲਾ। ਸੁਜਾਨ ਸਮਝਦਾਰ ਹੈ, ਪਾਰਖੂ ਹੈ। ਉਸੇ ਹਕੀਮ ਨੂੰ ਸਿਆਣਾ, ਸਮਝਦਾਰ ਜਾਂ ਪਾਰਖੂ ਮੰਨਿਆ ਜਾ ਸਕਦਾ ਹੈ ਜਿਹੜਾ ਬਿਮਾਰੀ ਵੀ ਬੁੱਝ ਲਵੇ ਤੇ ਉਸ ਬਿਮਾਰੀ ਦਾ ਇਲਾਜ ਵੀ ਬੁੱਝ ਲਵੇ। ਰੋਗ ਦਾਰੂ ਦੋਵੇਂ ਬੁਝੇ ਤਾਂ ਵੈਦ ਸੁਜਾਨ। ਸੋ ਇਸ ਪ੍ਰਕਾਰ ਜਿਹੜੀਆਂ ਉਹਨਾਂ ਦੀਆਂ ਕਾਵ ਤੁਕਾਂ ਨੇ ਉਹ ਅਖਾਣਾਂ ਦੇ ਰੂਪ ਵਿੱਚ ਵੀ ਵਰਤੀਆਂ ਜਾਂਦੀਆਂ। ਸੋ ਇਹ ਉਹਨਾਂ ਦੀ ਜੀਵਨ ਤੇ ਰਚਨਾਵਾਂ ਦੇ ਬਾਰੇ ਵਿੱਚ ਥੋੜੀ ਜਿਹੀ ਜਾਣਕਾਰੀ। ਹੁਣ ਉਹਨਾਂ ਦੀ ਜਿਹੜੀ ਰਚਨਾ ਹੈ, ਤੁਹਾਡੇ ਸਿਲੇਬਸ ਦੇ ਵਿੱਚ ਇਸ ਹਿੱਸੇ ਦੇ ਵਿੱਚੋਂ ਪ੍ਰਸੰਗ ਸਹਿਤ ਵਿਆਖਿਆ ਤੁਹਾਨੂੰ ਪੇਪਰ ਦੇ ਵਿੱਚ ਪੁੱਛੀ ਜਾਣੀ ਆ। ਕਵੀਆਂ ਦੀ ਰਚਨਾ ਜਿਹੜੀ ਆ ਉਸ ਨੂੰ ਤੁਸੀਂ ਪੜ੍ਹਨਾ ਹੈ। ਕਾਵ-ਬੰਦ ਜਿਹੜੇ ਨੇ ਉਹਨਾਂ ਦੇ ਸਰਲ ਅਰਥ ਕਰਨੇ ਆ ਤੇ ਪ੍ਰਸੰਗ ਲਿਖਣਾ ਤੇ ਉਸ ਦੀ ਵਿਆਖਿਆ ਕਰਨੀ ਤੁਸੀਂ ਪੇਪਰ ਦੇ ਲਈ ਸਿੱਖਣੀ ਆ। ਗੁਰੂ ਅੰਗਦ ਦੇਵ ਜੀ ਦੀ ਜਿਹੜੀ ਰਚਨਾ ਹੈ ਤੁਹਾਡੀ ਕਿਤਾਬ ਦੇ ਵਿੱਚ, ਸਿਲੇਬਸ ਦੇ ਵਿੱਚ ਜਿੰਨੀ ਸ਼ਾਮਿਲ ਕੀਤੀ ਗਈ ਆ, ਉਹ ਇੱਕੋ ਲੈਕਚਰ ਦੇ ਵਿੱਚ ਪੜ੍ਹਾ ਪਾਉਣੀ ਸੰਭਵ ਨਹੀਂ ਹੈ। ਉਸ ਦੇ ਅਰਥ ਜਿਹੜੇ ਆ ਸਮਝ ਪਾਉਣੇ
ਇੰਨਾ ਸਮਾਂ ਨਹੀਂ ਇੱਕ ਲੈਕਚਰ ਦੇ ਵਿੱਚ ਹੋ ਸਕਦਾ। ਸੋ ਇਸੇ ਲਈ ਹੀ ਇਸ ਲੈਕਚਰ ਨੂੰ 2 ਹਿੱਸਿਆਂ ਦੇ ਵਿੱਚ ਵੰਡਿਆ ਜਾਏਗਾ। ਅੱਜ ਅਸੀਂ ਪਹਿਲਾ ਭਾਗ ਜਿਹੜਾ ਉਹ ਕਰ ਰਹੇ ਹਾਂ, ਗੁਰੂ ਅੰਗਦ ਦੇਵ ਜੀ ਦੀ ਰਚਨਾ ਦਾ ਭਾਗ ਪਹਿਲਾ। ਇਸੇ ਹੀ ਕੜੀ ਦਾ ਅਗਲਾ ਲੈਕਚਰ ਵੀ ਅਗਲੇ ਮਹੀਨੇ ਦੇ ਵਿੱਚ ਹੋਏਗਾ, ਜਿਸ ਦੇ ਵਿੱਚ ਜਿਹੜੇ ਬਾਕੀ ਰਹਿੰਦੇ ਸ਼ਲੋਕ ਨੇ ਉਹਨਾਂ ਦੀ ਵਿਆਖਿਆ ਅਸੀਂ ਕਰਾਂਗੇ। ਇਸੇ ਤਰ੍ਹਾਂ ਹੀ ਐਜੂਸੈਟ ਰਾਹੀਂ ਅੱਜ ਅਸੀਂ ਉਹਨਾਂ ਦੇ ਵੱਲੋਂ ਜਿਹੜੀ ਰਚਨਾ ਹੈ 8ਵੀਂ ਪਹਿਰੀ 8 ਖੰਡ, ਇਸ ਨੂੰ ਲਵਾਂਗੇ ਤੇ ਇਸ ਦੀ ਵਿਆਖਿਆ ਕਰਾਂਗੇ। ਤੇ ਪ੍ਰਸੰਗ ਦੇ ਬਾਰੇ ਵਿੱਚ ਮੈਂ ਪਹਿਲਾਂ ਗੱਲ ਕਰੂੰਗੀ। ਬੱਚਿਓ, ਤੁਹਾਨੂੰ ਇਸ ਪੂਰੀ ਕਿਤਾਬ ਦੇ ਵਿੱਚੋਂ ਚਾਹੇ ਤੁਸੀਂ ਸੂਫੀ ਕਾਵਿ ਪੜ੍ਹ ਰਹੇ ਹੋ, ਚਾਹੇ ਗੁਰਮਤਿ ਕਾਵਿ ਪੜ੍ਹ ਰਹੇ ਹੋ, ਤੁਹਾਨੂੰ ਪ੍ਰਸੰਗ ਸਹਿਤ ਵਿਆਖਿਆ ਪੁੱਛੀ ਜਾਣੀ ਆ। ਤੁਸੀਂ ਪੇਪਰ ਦੇ ਵਿੱਚ ਲਿਖਣਾ ਹੈ। ਪ੍ਰਸੰਗ ਲਿਖਣ ਦਾ ਇੱਕ ਖਾਸ ਸਟਾਈਲ ਹੋਇਆ ਕਰਦਾ ਹੈ, ਉਸ ਨੂੰ ਜ਼ਰੂਰ ਸਮਝੋ, ਕਿਉਂਕਿ ਇਹ ਤਜਰਬਾ ਹੈ ਕਿ ਜਦੋਂ ਅਸੀਂ ਪੇਪਰ ਵੇਖਦੇ ਹਾਂ, ਤੁਸੀਂ ਬੱਚਿਆਂ ਦੇ ਮਾਰਕਿੰਗ ਲਈ ਡਿਊਟੀਆਂ ਲੱਗਦੀਆਂ, ਤਾਂ ਪ੍ਰਸੰਗ ਵੀ ਬੱਚੇ ਸਹੀ ਤਰੀਕੇ ਨਾਲ ਨਹੀਂ ਲਿਖਦੇ। ਉਹਦੇ ਵਿੱਚ 2-3 ਚੀਜ਼ਾਂ ਜ਼ਰੂਰੀ ਨੇ ਜਿਹਦੇ ਵਿੱਚ ਤੁਹਾਨੂੰ ਜਾਣਕਾਰੀ ਹੋਵੇ ਕਿ ਕਿਹੜੀ ਕਿਤਾਬ ਦੇ ਵਿੱਚੋਂ ਇਹ ਪੋਰਸ਼ਨ, ਇਹ ਕਾਵਿ-ਬੰਧ ਲਿਆ ਗਿਆ ਹੈ। ਉਹ ਨਾਮ ਤੁਸੀਂ ਜ਼ਰੂਰ ਲਿਖਣਾ ਹੈ, ਆਪਣੀ ਕਿਤਾਬ ਦਾ, ਆਪਣੀ ਪਾਠ ਪੁਸਤਕ ਦਾ ਨਾਮ ਜ਼ਰੂਰ ਦੇਣਾ ਹੈ ਪ੍ਰਸੰਗ ਦੇ ਵਿੱਚ। ਪਹਿਲੀ ਲਾਈਨ ਇਹੀ ਬਣਨੀ ਚਾਹੀਦੀ ਆ ਕਿ ਇਹ ਜਿਹੜਾ ਕਾਵਿ-ਬੰਧ ਹੈ ਸਾਡੀ ਇਸ ਕਿਤਾਬ ਦੇ ਵਿੱਚੋਂ ਲਿਆ ਗਿਆ ਹੈ। ਫਿਰ ਤੁਹਾਨੂੰ ਕਵੀ ਦੇ ਨਾਮ ਬਾਰੇ ਜ਼ਰੂਰ ਦੱਸਣਾ ਚਾਹੀਦਾ ਹੈ। ਇਹ ਦਰਸਾਉਣਾ ਚਾਹੀਦਾ ਹੈ ਕਿ ਤੁਹਾਨੂੰ ਪੂਰੀ ਜਾਣਕਾਰੀ ਹੈ ਕਿ ਕਿਸ ਕਵੀ ਦੀ ਇਹ ਰਚਨਾ ਹੈ। ਕਵੀ ਦਾ ਨਾਮ ਵੀ ਤੁਸੀਂ ਦੱਸੋ। ਉਸ ਤੋਂ ਬਾਅਦ ਕਵਿਤਾ ਦਾ ਸਿਰਲੇਖ ਜਾਂ ਰਚਨਾ ਦਾ ਸਿਰਲੇਖ, ਉਸ ਬਾਰੇ ਵੀ ਲਿਖਣਾ ਹੈ, ਕਿਉਂਕਿ ਕਾਵਿ-ਬੰਧ ਦਿੱਤਾ ਹੋਏਗਾ ਪੇਪਰ ਦੇ ਵਿੱਚ, ਉਸ ਦਾ ਸਿਰਲੇਖ ਤਾਂ ਨਹੀਂ ਲਿਖਿਆ ਹੋਏਗਾ। ਸਿਰਲੇਖ ਤੁਹਾਨੂੰ ਖੁਦ ਯਾਦ ਕਰਨੇ ਹੋਣਗੇ ਨੋਟਸ ਬਣਾ ਕੇ। ਸੋ ਸਿਰਲੇਖ ਵੀ ਤੁਸੀਂ ਪ੍ਰਸੰਗ ਦੇ ਵਿੱਚ ਅਗਲੇ ਵਾਕਾਂ ਦੇ ਵਿੱਚ ਲਿਖਣਾ ਹੈ। ਸੋ ਇਹ ਚੀਜ਼ਾਂ ਲਿਖਣ ਤੋਂ ਬਾਅਦ ਜਿਹੜਾ ਕਾਵਿ-ਬੰਧ ਜਿਸ ਦੀ ਤੁਹਾਨੂੰ ਵਿਆਖਿਆ ਕਰਨ ਲਈ ਕਿਹਾ ਗਿਆ ਹੈ, ਪੁੱਛਿਆ ਗਿਆ ਹੈ, ਉਸ ਕਾਵਿ-ਬੰਧ ਨੂੰ ਪੜ੍ਹ ਕੇ ਉਹ ਕਿਸ ਵਿਸ਼ੇ ਤੇ ਆਧਾਰਿਤ ਆ, ਉਹ ਉਹਨਾਂ ਤੁਕਾਂ ਦੇ ਵਿੱਚ ਕਿਸ ਚੀਜ਼ ਤੇ ਕੇਂਦਰਿਤ ਆ ਸਾਰੀ ਗੱਲਬਾਤ, ਉਹ ਮੂਲ ਜਿਹੜਾ ਵਿਸ਼ਾ ਹੈ, ਉਹ ਮੁੱਖ ਵਿਸ਼ਾ ਪਕੜਨਾ ਹੈ ਤੇ ਉਹਨੂੰ 1 ਜਾਂ 2 ਵਾਕਾਂ ਦੇ ਵਿੱਚ ਸਮੇਟ ਦੇਣਾ ਹੈ। ਬਹੁਤਾ ਕਰਕੇ ਬੱਚੇ ਜਿਹੜੇ ਨੇ ਉਹ ਪ੍ਰਸੰਗ ਸਹੀ ਤਰੀਕੇ ਨਾਲ ਨਹੀਂ ਲਿਖਦੇ, ਉਗੜ ਦੁਗੜਾ ਹੋ ਜਾਂਦਾ ਹੈ। ਕਿਤੇ ਤਾਂ ਬਹੁਤ ਹੀ ਸੰਖੇਪ ਹੋ ਜਾਂਦੇ ਹੋ, ਕਿਤੇ ਬੇਲੋੜਾ ਲਿਖ ਦਿੰਦੇ ਹੋ। ਕਈ ਵਾਰੀ ਬੱਚੇ ਕੀ ਕਰਦੇ ਆ, ਪ੍ਰਸੰਗ ਦੇ ਨਾਲ ਹੀ ਵਿਆਖਿਆ ਜੋੜ ਦਿੰਦੇ ਆ। ਸਾਰੀਆਂ ਦੀਆਂ ਸਾਰੀਆਂ ਕਾਵਿ ਤੁਕਾਂ ਦੀ ਵਿਆਖਿਆ ਪ੍ਰਸੰਗ ਦੇ ਵਿੱਚ ਹੀ ਲਿਖ ਕੇ ਚਲੇ ਜਾਂਦੇ ਨੇ, ਪਰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਇਹ ਸਹੀ ਤਰੀਕਾ ਨਹੀਂ ਹੈ। ਪ੍ਰਸੰਗ ਹਮੇਸ਼ਾ ਹੀ ਸੰਖੇਪ ਹੋਣਾ ਚਾਹੀਦਾ ਤੇ ਜਿੰਨੀ ਜਾਣਕਾਰੀ ਉਹਦੇ ਵਿੱਚ ਦਿੱਤੀ ਜਾਣੀ ਆ ਉਨੀ ਹੀ ਦੇਣੀ ਚਾਹੀਦੀ ਆ। ਵਿਆਖਿਆ ਫਿਰ ਅਲੱਗ ਤੋਂ ਤੁਸੀਂ ਲਿਖਣੀ ਆ, ਜਿਹਦੇ ਵਿੱਚ ਇੱਕ ਕਾਵਿ ਤੁਕ ਦੀ ਵਿਆਖਿਆ ਵੱਖਰੇ ਵਾਕਾਂ ਦੇ ਵਿੱਚ ਤੁਸੀਂ ਲਿਖਣੀ ਆ। ਸੋ ਹੁਣ ਸ਼ੁਰੂ ਕਰਦੇ ਹਾਂ ਇਸ ਸ਼ਲੋਕ ਦੀ ਵਿਆਖਿਆ। 8ਵੀਂ ਪਹਿਰੀ 8 ਖੰਡ। 8ਵੀਂ ਪਹਿਰੀ 8 ਖੰਡ, ਨਾਵਾਂ ਖੰਡ ਸਰੀਰ, ਤਿਸ ਵਿੱਚ ਨੌ ਨਿਧ ਨਾਮ ਏਕ, ਭਾਲੈ ਗੁਣੀ ਗਹੀਰ, ਕਰਮਵੰਤੀ ਸਲਾਹਿਆ, ਨਾਨਕ ਕਰ ਗੁਰ ਪੀਰ। ਸੋ ਹੁਣ ਇਹਨਾਂ ਵਿੱਚੋਂ ਜਿਹੜੇ ਔਖੇ ਸ਼ਬਦ ਨੇ ਜਾਂ ਨਵੇਂ ਹੈ, ਉਹਨਾਂ ਦੇ ਅਸੀਂ ਅਰਥ ਜਿਹੜੇ ਆ ਉਹ ਸਮਝਾਂਗੇ, ਤਾਂ ਕਿ ਇਹਨਾਂ ਸਾਰੀਆਂ ਤੁਕਾਂ ਦੀ ਜਿਹੜੀ ਵਿਆਖਿਆ ਹੈ ਅਸੀਂ ਠੀਕ ਤਰੀਕੇ ਦੇ ਨਾਲ ਕਰ ਪਾਈਏ। 8ਵੀਂ ਪਹਿਰੀ ਸ਼ਬਦ ਦਾ ਅਰਥ ਹੈ ਦਿਨ ਦੇ 8 ਪਹਿਰਾਂ ਵਿੱਚ 8 ਖੰਡ, ਧਰਤੀ ਦੇ 8 ਹਿੱਸੇ ਪਦਾਰਥਾਂ ਦੇ ਵਿੱਚ। ਜੇ ਅਸੀਂ ਪਦਾਰਥਾਂ ਨੂੰ ਮੰਨੀਏ ਤਾਂ ਧਰਤੀ ਨੂੰ 8 ਹਿੱਸਿਆਂ ਵਿੱਚ ਜੇ ਵੰਡ ਲਿਆ ਜਾਵੇ। ਨਾਵਾਂ ਸ਼ਬਦ ਦਾ ਅਰਥ ਇੱਥੇ 9ਵੇਂ ਦੇ ਰੂਪ ਵਿੱਚ ਹੈ। ਗੁਣੀ ਗਹੀਰ, ਗੁਣਾ ਨਾਲ ਭਰਿਆ ਹੋਇਆ, ਬਹੁਤ ਗੁਣਾ ਵਾਲਾ, ਅਥਾਹ ਗੁਣਾ ਵਾਲਾ। ਇੱਥੇ ਇਹ ਸ਼ਬਦ ਪਰਮਾਤਮਾ ਨੂੰ ਸਮਰਪਿਤ ਹੈ, ਪ੍ਰਭੂ ਨੂੰ ਆਖਿਆ ਗਿਆ, ਪ੍ਰਭੂ ਲਈ ਵਰਤਿਆ ਗਿਆ। ਗੁਣੀ ਗਹੀਰ, ਅਥਾਹ ਗੁਣਾ ਵਾਲਾ ਪ੍ਰਭੂ, ਬਹੁਤ ਗੁਣਾ ਨਾਲ ਭਰਿਆ ਹੋਇਆ ਪਰਮਾਤਮਾ। ਕਰਮਵੰਤੀ, ਕਰਮਾਂ ਵਾਲੇ, ਭਾਗਾਂ ਵਾਲੇ। ਕਰਕੇ ਜਾਂ ਧਾਰ ਕੇ, ਮਨ ਦੇ ਵਿੱਚ ਮੰਨ ਕੇ। ਸੋ ਇਹ ਕੁਝ ਸ਼ਬਦ ਨੇ ਜਿਨ੍ਹਾਂ ਦੇ ਅਰਥਾਂ ਨੂੰ ਅਸੀਂ ਦਿਮਾਗ ਵਿੱਚ ਰੱਖਾਂਗੇ ਇਸ ਕਾਵਿ-ਬੰਧ ਦੀ ਵਿਆਖਿਆ ਕਰਦੇ ਹੋਏ। ਆਓ ਹੁਣ ਇਹਨਾਂ
ਤੁਕਾਂ ਨੂੰ ਵਾਕਾਂ ਦੇ ਵਿੱਚ ਪਰੋਣੇ ਆ। ਅੱਠੀ ਪਹਿਰੀ 8 ਖੰਡ 9ਵਾਂ ਖੰਡ ਸਰੀਰ, ਕਿ ਜੇ ਇਸ ਧਰਤੀ ਦੇ ਹਿੱਸਿਆਂ ਨੂੰ 8 ਹਿੱਸਿਆਂ ਦੇ ਵਿੱਚ 8 ਖੰਡਾਂ ਦੇ ਵਿੱਚ ਵੰਡ ਲਿਆ ਜਾਵੇ ਤੇ 9ਵਾਂ ਹਿੱਸਾ ਸਾਡੇ ਖੁਦ ਦੇ ਸਰੀਰ ਨੂੰ ਮੰਨ ਲਿਆ ਜਾਵੇ, ਮਨੁੱਖੀ ਸਰੀਰ ਨੂੰ ਮੰਨ ਲਿਆ ਜਾਵੇ, ਤਾਂ ਪੂਰਾ ਦਾ ਪੂਰਾ ਸਮਾਂ ਦਿਨ ਦੇ 8 ਪਹਿਰ ਸਾਡਾ ਜਿਹੜਾ ਮਨ ਹੈ ਉਹ ਦੂਸਰੇ 8 ਹਿੱਸਿਆਂ ਵਿੱਚ, ਭਾਵ ਇਸ ਦੁਨੀਆ ਦੇ ਵਿੱਚ ਜੋ ਮੋਹ ਮਾਇਆ ਪਸਰੀ ਹੋਈ ਆ ਉਸੇ ਵਿੱਚ ਹੀ ਸਾਡਾ ਮਨ ਜਿਹੜਾ ਉਹ ਲੱਗਿਆ ਰਹਿੰਦਾ ਹੈ। ਤੇ ਇਹ ਜਿਹੜਾ 9ਵਾਂ ਹਿੱਸਾ, ਜੋ 9ਵਾਂ ਖੰਡ ਸਾਡਾ ਸਰੀਰ ਆ, ਸਰੀਰ ਰੂਪੀ 9ਵਾਂ ਹਿੱਸਾ ਹੈ, ਉਹਦੇ ਵਿੱਚੋਂ ਅਸੀਂ ਕੁਝ ਲੱਭਣ ਦੀ ਖੇਚਲ ਨਹੀਂ ਕਰਦੇ, ਉਸਦੇ ਵੱਲ ਧਿਆਨ ਨਹੀਂ ਜਾਂਦਾ। 8 ਦੇ 8 ਪਹਿਰ ਪੂਰਾ ਸਮਾਂ, ਪੂਰਾ ਦਿਨ ਸਾਡਾ ਜਿਹੜਾ ਧਿਆਨ, ਸਾਡੀ ਰੁਚੀ ਆਲੇ ਦੁਆਲੇ ਫੈਲੀਆਂ ਚੀਜ਼ਾਂ ਵੱਲ, ਹੋਰ ਪਦਾਰਥਾਂ ਦੇ ਵੱਲ ਹੀ ਰੁਚਿਤ ਰਹਿੰਦਾ ਹੈ। ਅਸੀਂ ਆਪਣੇ ਇਸ ਸਰੀਰ ਦੇ ਅੰਦਰੋਂ ਕਿਸ ਨੂੰ ਖੋਜਣਾ ਹੈ, ਕਿਸ ਨੂੰ ਲੱਭਣਾ ਹੈ, ਉਸ ਦੇ ਵੱਲ ਰੁਚਿਤ ਨਹੀਂ ਹੁੰਦੇ। ਤਿਸ ਵਿੱਚ ਨੌ ਨਿਧ ਨਾਮ ਏਕ ਭਾਲੇ ਗੁਣੀ ਗਹੀਰ, ਇਸ ਸਰੀਰ ਦੇ ਵਿੱਚ ਅੰਦਰ ਪਰਮਾਤਮਾ ਦਾ ਵਾਸ ਹੈ, ਕੋਈ ਨਾਮ ਅਸੀਂ ਲੱਭਣਾ ਹੈ, ਉਹ ਲੱਭਣ ਦੀ ਖੇਚਲ ਉਸ ਗੁਣੀ ਗਹੀਰ, ਉਸ ਬਹੁਤ ਗੁਣਾ ਵਾਲੇ, ਅਥਾਹ ਗੁਣਾ ਵਾਲੇ ਪਰਮਾਤਮਾ ਨੂੰ ਲੱਭਣ ਦੀ ਖੇਚਲ ਕੋਈ ਨਹੀਂ ਕਰਦਾ, ਕੋਈ ਵਿਰਲਾ ਹੀ ਕਰਦਾ, ਸਾਰੇ ਨਹੀਂ ਕਰਦੇ। ਤਿਸ ਵਿੱਚ ਨੌ ਨਿਧ ਨਾਮ ਏਕ ਭਾਲੇ ਗੁਣੀ ਗਹੀਰ, ਕਿ ਇਸ ਸਰੀਰ ਦੇ ਵਿੱਚੋਂ ਅਸੀਂ ਉਸ ਅਥਾਹ ਗੁਣਾ ਵਾਲੇ ਪਰਮਾਤਮਾ ਨੂੰ ਲੱਭਣਾ ਹੈ, ਉਸ ਪ੍ਰਭੂ ਨੂੰ ਪਾਉਣਾ ਹੈ, ਉਸ ਦੇ ਸੱਚੇ ਨਾਮ ਨੂੰ ਹਾਸਲ ਕਰਨਾ ਹੈ। ਇਹ ਕੋਸ਼ਿਸ਼ ਕੌਣ ਕਰਦਾ ਹੈ? ਕਰਮਵੰਤੀ ਸਲਾਹਿਆ ਨਾਨਕ ਕਰ ਗੁਰ ਪੀਰ। ਕਰਮਵੰਤੀ ਤੋਂ ਭਾਵ ਕਰਮਾਂ ਵਾਲੇ, ਭਾਗਾਂ ਵਾਲੇ, ਕੋਈ ਵਿਰਲੇ ਭਾਗਾਂ ਵਾਲੇ ਹੀ ਨੇ, ਕਰਮਾਂ ਵਾਲੇ ਲੋਕ ਨੇ ਜਿਹੜੇ ਇਸ ਤਰ੍ਹਾਂ ਕਰਦੇ ਨੇ ਕਿ ਆਪਣੇ ਗੁਰੂ ਨੂੰ, ਆਪਣੇ ਪਰਮਾਤਮਾ ਨੂੰ ਆਪਣੇ ਮਨ ਦੇ ਅੰਦਰੋਂ ਲੱਭਣਾ, ਪ੍ਰਾਪਤ ਕਰਨ ਦੀ ਖੋਜ, ਉਸ ਦੀ ਭਾਲ ਕਰਨ ਵੱਲ ਰੁਚਿਤ ਹੁੰਦੇ ਨੇ। ਤੇ ਬਹੁਤਾ ਕਰਕੇ ਸਾਰਾ ਦਿਨ ਅਸੀਂ ਅਜਾਈ ਗਵਾ ਲੈਂਦੇ ਹਾਂ, ਪਰਮਾਤਮਾ ਦੇ ਨਾਮ ਨਾਲ ਨਹੀਂ ਜੁੜਦੇ, ਜਦੋਂ ਕਿ ਇਸ ਸਰੀਰ ਦੇ ਵਿੱਚੋਂ ਅਸੀਂ ਉਸ ਬਹੁਤ ਸਾਰੇ ਗੁਣਾਂ ਵਾਲੇ, ਅਥਾਹ ਗੁਣਾਂ ਵਾਲੇ ਪਰਮਾਤਮਾ ਨੂੰ ਪਾਉਣਾ ਹੈ। ਅਗਲਾ ਕਾਵਬੰਦ। ਚੌਥੇ ਪਹਿਰ ਸਬਾਹ ਕੇ ਸੁਰਤਿਆ ਉਪਜੈ ਚਾਓ, ਤਿਨਾ ਦਰਿਆਵਾਂ ਸਿਓ ਦੋਸਤੀ ਮਨਮੁਖ ਸੱਚਾ ਨਾਓ। ਉੱਥੇ ਅੰਮ੍ਰਿਤ ਵੰਡੀਏ ਕਰਮੀ ਹੋਏ ਪਸਾਓ, ਕੰਚਨ ਕਾਇਆ ਕਸੀਏ ਵੰਨੀ ਚੜੇ ਚੜਾਓ। ਜੇ ਹੋਵੇ ਨਦਰ ਸਰਾਫ ਕੀ ਬਹੁੜ ਨਾ ਪਾਈ ਤਾਓ। ਸੋ ਹੁਣ ਇਹਨਾਂ ਵਿਚਲੇ ਜਿਹੜੇ ਸ਼ਬਦ ਆਏ ਨੇ ਉਹਨਾਂ ਦੇ ਅਰਥਾਂ ਨੂੰ ਸਮਝਣ ਦਾ ਯਤਨ ਕਰੀਏ। ਚੌਥੇ ਪਹਿਰ ਤੋਂ ਭਾਵ ਦਿਨ ਦਾ ਚੌਥਾ ਪਹਿਰ, ਭਾਵ ਸਵੇਰ ਦਾ ਵੇਲਾ, ਅੰਮ੍ਰਿਤ ਵੇਲਾ ਜਿਸ ਨੂੰ ਮੰਨਿਆ ਜਾਂਦਾ ਹੈ। ਸੁਰਤਿਆ, ਉੱਚੀ ਸੁਰਤ ਵਾਲੇ, ਜਿਨ੍ਹਾਂ ਦਾ ਮਨ ਪਰਮਾਤਮਾ ਦੇ ਵੱਲ ਲੱਗ ਗਿਆ ਹੈ। ਮਨ ਵਿੱਚ। ਦਰਿਆਵਾਂ ਸਿਓ, ਇਸ ਸ਼ਬਦ ਦਾ ਅਰਥ ਇੱਥੇ ਲਿਆ ਗਿਆ ਹੈ ਦਰਿਆਵਾਂ ਨਾਲ, ਭਾਵ ਉਹਨਾਂ ਗੁਰਮੁਖਾਂ ਨਾਲ ਜਿਨ੍ਹਾਂ ਦੇ ਅੰਦਰ ਪਹਿਲਾਂ ਹੀ ਨਾਮ ਦਾ ਪ੍ਰਵਾਹ ਚੱਲ ਰਿਹਾ ਹੈ, ਜਿਨ੍ਹਾਂ ਦਾ ਮਨ ਪਹਿਲਾਂ ਹੀ ਪਰਮਾਤਮਾ ਦੇ ਨਾਮ ਨਾਲ ਜੁੜ ਚੁੱਕਾ ਹੈ। ਪਸਾਓ, ਬਖਸ਼ਿਸ਼, ਮਿਹਰ ਕਰਨੀ, ਬਖਸ਼ ਦੇਣਾ, ਬਖਸ਼ਿਸ਼ ਕਰਨੀ। ਕੰਚਨ, ਸੋਨਾ, ਸੋਨੇ ਦੇ ਲਈ ਇਹ ਸ਼ਬਦ ਵਰਤਿਆ ਗਿਆ ਹੈ। ਕਸੀਏ, ਪਰਖ ਕਰਨਾ, ਸੋਨੇ ਦੀ ਵੀ ਪਰਖ ਕੀਤੀ ਜਾਂਦੀ ਹੈ, ਕਸਵੱਟੀ ਤੇ ਉਸ ਨੂੰ ਕੱਸਿਆ ਜਾਂਦਾ ਹੈ। ਵੰਨੀ ਚੜੇ ਚੜਾਓ, ਸੋਹਣਾ ਰੰਗ ਚੜਦਾ ਹੈ, ਬਹੁਤ ਖੂਬ ਜਿਹੜਾ ਰੰਗ ਆ ਉਹ ਚੜਦਾ ਹੈ। ਸੋ ਇਹਨਾਂ ਸ਼ਬਦਾਂ ਦੇ ਅਰਥ ਜਾਣ ਲੈਣ ਤੋਂ ਬਾਅਦ ਹੁਣ ਅਸੀਂ ਵਿਆਖਿਆ ਵਾਲੇ ਪਾਸੇ ਆਉਣੇ ਆ। ਚੌਥੇ ਪਹਿਰ ਸੁਬਾਹ ਕੇ ਸੁਰਤਿਆ ਉਪਜੇ ਚਾਓ, ਅੰਮ੍ਰਿਤ ਵੇਲੇ, ਸਵੇਰ ਦੇ ਸੱਚੇ ਸੁੱਚੇ ਵੇਲੇ, ਉੱਚੀ ਸੁਰਤ ਵਾਲਿਆਂ ਦੀ, ਚੰਗੀ ਬਿਰਤੀ ਵਾਲੇ ਲੋਕਾਂ ਦੇ ਮਨ 'ਚ ਚਾਹ ਉਪਜਦਾ ਹੈ, ਇੱਛਾ ਪੈਦਾ ਹੁੰਦੀ ਆ। ਕਿਸ ਚੀਜ਼ ਦੀ ਇੱਛਾ ਪੈਦਾ ਹੁੰਦੀ ਆ? ਪਰਮਾਤਮਾ ਦੇ ਨਾਮ ਨਾਲ ਜੁੜਨ ਦੀ ਇੱਛਾ ਪੈਦਾ ਹੁੰਦੀ ਆ,
ਅੰਮ੍ਰਿਤ ਵੇਲੇ ਉੱਠ ਕੇ ਉਹ ਆਪਣੇ ਆਪ ਨੂੰ ਪਰਮਾਤਮਾ ਦੇ ਨਾਮ ਨਾਲ ਜੋੜਦੇ ਆ। ਤਿੰਨਾਂ ਦਰਿਆਵਾਂ ਸਿਓ ਦੋਸਤੀ, ਮਨਮੁਖ ਸੱਚਾ ਨਾਉ। ਉਹਨਾਂ ਦੀ ਦੋਸਤੀ ਕਿਹੋ ਜਿਹੇ ਲੋਕਾਂ ਨਾਲ ਹੈ? ਦਰਿਆਵਾਂ ਸਿਓ, ਦਰਿਆਵਾਂ ਵਰਗੇ ਪ੍ਰਵਾਹ, ਪਾਣੀ ਦਾ ਜਿਵੇਂ ਦਰਿਆ ਦੇ ਵਿੱਚ ਲਗਾਤਾਰ ਪ੍ਰਵਾਹ ਹੁੰਦਾ ਹੈ, ਪਾਣੀ ਵਹਿੰਦਾ ਜਾਂਦਾ ਹੈ, ਉਹੋ ਜਿਹੇ ਲੋਕ, ਉਹੋ ਜਿਹੇ ਗੁਰਮੁਖ ਪਿਆਰੇ ਜਿਹੜੇ ਪਹਿਲਾਂ ਹੀ ਆਪਦਾ ਮਨ ਪਰਮਾਤਮਾ ਦੇ ਨਾਮ ਨਾਲ ਜੋੜੀ ਬੈਠੇ ਆ, ਉਹੋ ਜਿਹੇ ਲੋਕਾਂ ਦੀ ਸੰਗਤ ਕਰਦੇ ਆ। ਉਹੋ ਜਿਹੇ ਸਮਝ ਵਾਲੇ ਲੋਕ ਉਹਨਾਂ ਲੋਕਾਂ ਦੇ ਨਾਲ ਜੁੜ ਕੇ ਬੈਠਦੇ ਆ, ਉਹਨਾਂ ਦੀ ਸੰਗਤ ਕਰਦੇ ਆ, ਉਹਨਾਂ ਦੀ ਦੋਸਤੀ ਕਰਦੇ ਆ ਤੇ ਆਪਣੇ ਮਨ ਨੂੰ ਵੀ ਪਰਮਾਤਮਾ ਦੇ ਸੱਚੇ ਨਾਮ ਦੇ ਨਾਲ ਜੋੜ ਲੈਂਦੇ ਆ। ਸੋ ਇਸ ਪ੍ਰਕਾਰ ਉੱਥੇ ਸਤ ਸੰਗਤ ਹੁੰਦਾ, ਸਾਰੇ ਰਲ ਕੇ ਇੱਕ ਦੂਜੇ ਦੀ ਸੰਗਤ ਵਿੱਚ ਜਦੋਂ ਬੈਠਦੇ ਨੇ ਤਾਂ ਪਰਮਾਤਮਾ ਦਾ ਜਿਹੜਾ ਨਾਮ ਹੈ ਉਸ ਦੀ ਵਡਿਆਈ ਉਹਨਾਂ ਨੂੰ ਹਾਸਲ ਹੁੰਦੀ ਆ। ਉੱਥੇ ਅੰਮ੍ਰਿਤ ਵੰਡੀਏ ਕਰਮੀ ਹੋਏ ਪਸਾਓ। ਉੱਥੇ ਅੰਮ੍ਰਿਤ ਵੰਡਿਆ ਜਾਂਦਾ ਹੈ, ਭਾਵ ਚੰਗੇ ਵਿਚਾਰਾਂ ਦਾ ਆਦਾਨ ਪ੍ਰਦਾਨ ਹੁੰਦਾ ਤੇ ਕਰਮਾਂ ਦੇ ਨਾਲ ਬਖਸ਼ਿਸ਼ ਮਿਲਦੀ ਆ। ਇਹ ਸਾਰਾ ਕੁਝ ਪਰਮਾਤਮਾ ਦੀ ਮਿਹਰ ਦੇ ਨਾਲ ਹੀ ਹੋ ਸਕਦਾ ਹੈ। ਕੰਚਨ ਕਾਇਆ ਕਸੀਏ, ਕੰਚਨ ਤੋਂ ਭਾਵ ਸੋਨਾ, ਸੋਨੇ ਵਰਗਾ ਸਰੀਰ ਉਸ ਨੂੰ ਕੱਸਿਆ ਜਾਂਦਾ ਹੈ। ਜਿਵੇਂ ਸੁਨਿਆਰਾ ਗਹਿਣੇ ਬਣਾਉਣ ਤੋਂ ਪਹਿਲਾਂ ਸੋਨੇ ਦੀ ਪਰਖ ਕਰਦਾ ਹੈ, ਉਸੇ ਤਰੀਕੇ ਦੇ ਨਾਲ ਅੰਮ੍ਰਿਤ ਵੇਲੇ ਉੱਠ ਕੇ ਇਹ ਜਿਹੜੀ ਮਿਹਨਤ, ਇਹ ਜਿਹੜੀ ਘਾਲਾਂ ਲੋਕਾਂ ਵੱਲੋਂ ਘੱਲੀਆਂ ਜਾਂਦੀਆਂ ਨੇ, ਝੱਲੀਆਂ ਜਾਂਦੀਆਂ ਨੇ ਕਿ ਆਪਣੇ ਸਰੀਰ ਨੂੰ ਇਸ ਸਰੀਰ ਦੇ ਵਿੱਚੋਂ ਅਸੀਂ ਪਰਮਾਤਮਾ ਨੂੰ ਹਾਸਲ ਕਰਨਾ ਹੈ, ਕਿ ਸੋਨੇ ਵਰਗੀ ਇਸ ਕਾਇਆ ਨੂੰ ਕੱਸ ਚੜਾਇਆ ਜਾਂਦਾ ਹੈ ਤਾਂ ਕਿ ਖੂਬ ਸੋਹਣਾ ਰੰਗ ਪਰਮਾਤਮਾ ਦਾ ਨਾਮ ਸਾਨੂੰ ਹਾਸਲ ਹੋਵੇ। ਫਿਰ ਜੇ ਹੋਵੇ ਨਦਰ ਸਰਾਫ ਕੀ, ਬਹੁੜ ਨਾ ਪਾਈ ਤਾਓ। ਫਿਰ ਜੇ ਪਰਮਾਤਮਾ ਦੀ ਨਜ਼ਰ ਹੋ ਜਾਏ, ਨਜ਼ਰ ਸਵੱਲੀ ਹੋ ਜਾਏ ਤਾਂ ਬਹੁਤੀਆਂ ਕੋਸ਼ਿਸ਼ਾਂ ਕਰਨ ਦੀ ਲੋੜ ਹੀ ਨਹੀਂ ਪੈਂਦੀ। ਮਨ ਆਪਣੇ ਆਪ ਹੀ ਉਸ ਪਰਮਾਤਮਾ ਦੇ ਸੱਚੇ ਨਾਮ ਦੇ ਨਾਲ ਜੁੜ ਜਾਂਦਾ ਹੈ। ਅੰਮ੍ਰਿਤ ਵੇਲੇ ਉੱਠ ਕੇ ਦੀਆਂ ਜਿਹੜੀਆਂ ਕੀਤੀਆਂ ਕੋਸ਼ਿਸ਼ਾਂ ਨੇ ਉਹ ਸਫਲ ਹੋ ਜਾਂਦੀਆਂ ਨੇ। ਫਿਰ ਹੋਰ ਕੋਈ ਬਹੁਤੇ ਯਤਨ ਕਰਨ ਦੀ ਲੋੜ ਹੀ ਨਹੀਂ ਰਹਿੰਦੀ। ਸੋ ਇਸ ਪ੍ਰਕਾਰ ਅੰਮ੍ਰਿਤ ਵੇਲੇ ਦਾ ਉੱਠ ਕੇ ਜੋ ਪਰਮਾਤਮਾ ਦੇ ਨਾਲ ਆਪਣਾ ਨਾਮ ਜੋੜਨਾ ਹੈ ਉਹ ਲਾਹੇਵੰਦ ਦਾ ਸਾਬਿਤ ਹੁੰਦਾ ਹੈ। ਅਗਲਾ ਕਾਵਿ ਸੱਤੀ ਪਹਿਰੀ ਸਤ ਭਲਾ, ਬਹੀਏ ਪੜਿਆ ਪਾਸ। ਉੱਥੇ ਪਾਪ ਪੁੰਨ ਵਿਚਾਰੀਏ, ਕੂੜੇ ਘਟੇ ਰਾਸ। ਉੱਥੇ ਖੋਟੇ ਸੱਟੀਏ, ਖਰੇ ਕੀਚੇ ਸਾਬਾਸ। ਬੋਲਨ ਫਾਦਲ ਨਾਨਕਾ, ਦੁੱਖ ਸੁਖ ਖਸਮੇ ਪਾਸ। ਹੁਣ ਇਹਨਾਂ ਵਿਚਲੇ ਸ਼ਬਦਾਂ ਨੂੰ ਸਮਝੀਏ। ਸਤ ਸ਼ਬਦ ਦਾ ਅਰਥ ਹੈ ਉੱਚਾ ਆਚਰਣ, ਵਧੀਆ ਚਰਿੱਤਰ, ਚੰਗਾ, ਸਤ ਤੋਂ ਸੱਚਾ, ਉੱਚਾ ਆਚਰਣ। ਫਾਦਲ ਸ਼ਬਦ ਦਾ ਅਰਥ ਹੈ ਫਜ਼ੂਲ, ਬੇਕਾਰ। ਸੋ ਆਓ ਹੁਣ ਇਹਨਾਂ ਤੁਕਾਂ ਦੀ ਵਿਆਖਿਆ ਕਰੀਏ। ਸੱਤੀ ਪਹਿਰੀ ਸਤ ਭਲਾ, ਬਹੀਏ ਪੜਿਆ ਪਾਸ। ਸਵੇਰ ਦਾ ਪਹਿਲਾ ਪਹਿਰ, ਇੱਕ ਪਹਿਰ ਦਾ ਸਮਾਂ ਜਦੋਂ ਅਸੀਂ ਗੁਰੂ ਚਰਨਾਂ ਦੇ ਵਿੱਚ ਬਿਤਾ ਲੈਂਦੇ ਆ, ਆਪਣੇ ਮਨ ਨੂੰ ਪਰਮਾਤਮਾ ਦੇ ਨਾਮ ਨਾਲ ਜੋੜ ਲੈਂਦੇ ਆ, ਤਾਂ ਫਿਰ ਦਿਨ ਦੇ ਬਾਕੀ 7 ਪਹਿਰ, ਬਾਕੀ ਦਾ ਸਮਾਂ ਵੀ ਵਧੀਆ ਨਿਕਲਦਾ ਹੈ। ਵਧੀਆ ਲੋਕਾਂ ਦੀ ਸੰਗਤ ਵਿੱਚ ਬਿਤਾਉਣਾ ਚਾਹੀਦਾ ਹੈ, ਉਹਨਾਂ ਦੇ ਨਾਲ ਉਹਨਾਂ ਦੀ ਸੰਗਤ ਕਰਨੀ ਚਾਹੀਦੀ ਆ। ਕਿਉਂਕਿ ਉਸ ਚੰਗੀ, ਉਸ ਸਤ ਸੰਗਤ ਦੇ ਵਿੱਚ ਉੱਥੇ ਪਾਪ ਪੁੰਨ ਵਿਚਾਰੀ ਹੈ, ਕੂੜੇ ਘਟੇ ਰਾਸ। ਉੱਥੇ ਪਾਪ ਪੁੰਨ ਦੇ ਵਿਚਾਰ ਚਰਚਾ ਹੁੰਦੀ ਆ। ਉੱਥੇ ਸਾਡੀਆਂ ਕਮੀਆਂ ਜਿਹੜੀਆਂ ਨੇ ਘਟਦੀਆਂ ਨੇ। ਸਾਡੇ ਮਨ ਦਾ ਅੰਦਰਲਾ ਜਿਹੜਾ ਅਸੀਂ ਗਲਤ ਪਾਸੇ ਤੁਰਦੇ ਆ, ਉਹ ਕਮੀਆਂ ਸਾਡੀਆਂ ਘਟਦੀਆਂ ਨੇ। ਉੱਥੇ ਖੋਟੇ ਸੱਟੀਏ, ਖਰੇ ਕੀਚੇ ਸਾਬਾਸ। ਉੱਥੇ ਜਿਹੜੀ ਸਾਡੇ ਖੋਟਾਪਣ ਆ, ਸਾਡੇ ਅੰਦਰ ਦੀਆਂ ਕਮੀਆਂ ਨੇ, ਉਹ ਸੁੱਟ ਦਿੱਤੀਆਂ ਜਾਂਦੀਆਂ ਨੇ ਤੇ ਚੰਗੇ ਦੀ ਸ਼ਾਬਾਸ਼ ਹੁੰਦੀ ਆ, ਪ੍ਰਸ਼ੰਸਾ ਹੁੰਦੀ ਆ। ਸੋ ਇਸ ਪ੍ਰਕਾਰ ਦਿਨ ਦੇ ਵਿੱਚ ਜਦੋਂ ਅਸੀਂ ਸਵੇਰ ਦਾ ਅੰਮ੍ਰਿਤ ਵੇਲਾ ਪਰਮਾਤਮਾ ਦੇ ਚਰਨਾਂ 'ਚ ਬਿਤਾ ਲਿਆ, ਤਾਂ ਬਾਕੀ ਦੇ 7 ਪਹਿਰ ਵੀ ਚੰਗੇ ਗੁਰਮੁਖਾਂ ਦੀ ਸੰਗਤ ਹੀ ਕਰਨੀ ਚਾਹੀਦੀ ਆ। ਉਹਨਾਂ ਦੇ ਨਾਲ ਹੀ ਆਪਣਾ ਦਿਨ ਬਿਤਾ ਕੇ ਆਪਣੇ ਅੰਦਰੋਂ ਜਿਹੜੀਆਂ ਕਮੀਆਂ ਉਹਨਾਂ ਨੂੰ ਖਤਮ ਕਰਨਾ ਚਾਹੀਦਾ ਤੇ ਆਪਣੀਆਂ ਜਿਹੜੀਆਂ ਚੰਗਿਆਈਆਂ
ਉਹਨਾਂ ਦੀ ਪ੍ਰਸ਼ੰਸਾ, ਉਹਨਾਂ ਦੀ ਵਡਿਆਈ ਹਾਸਲ ਕਰਨ ਵਾਸਤੇ ਵਿਚਾਰ ਚਰਚਾ ਕਰਨੀ ਚਾਹੀਦੀ ਆ। ਬੋਲਣ ਫਾਦਲ ਨਾਨਕਾ ਦੁੱਖ ਸੁੱਖ ਖਸਮੇ ਪਾਸ। ਤੇ ਜਦੋਂ ਅਜਿਹਾ ਸਮਾਂ ਬਣ ਜਾਵੇ, ਇਸ ਤਰ੍ਹਾਂ ਵਡਭਾਗੇ ਹੋ ਜਾਈਏ ਕਿ ਪਰਮਾਤਮਾ ਸਾਨੂੰ ਆਪ ਆਪਣੀ ਲਿਵ ਲਾ ਲਵੇ, ਆਪਣੇ ਚਰਨਾਂ ਨਾਲ ਜੋੜ ਲਵੇ, ਉਹਦੇ ਕੋਲੇ ਦੁੱਖਾਂ ਦੀ ਚਰਚਾ ਕਰਨੀ ਫਜ਼ੂਲ ਹੈ। ਉਹ ਬੇਕਾਰ ਆ ਉਹ ਗੱਲਾਂ ਕਹਿਣੀਆਂ ਕਿ ਸਾਨੂੰ ਆਹ ਦੁੱਖ ਹੈ, ਸਾਨੂੰ ਇਹ ਤਕਲੀਫ ਹੈ, ਕਿਉਂਕਿ ਇਹ ਦੁੱਖ ਸੁੱਖ ਉਸ ਪਰਮਾਤਮਾ ਦਾ ਹੀ ਦਿੱਤਾ ਸਾਨੂੰ ਹਾਸਲ ਹੁੰਦਾ ਹੈ। ਸੋ ਉਹ ਸਭ ਕੁਝ ਉਸ ਦੇ ਅਧੀਨ ਹੈ। ਤੇ ਇਹ ਸਾਰੀਆਂ ਗੱਲਾਂ ਕਰਨੀਆਂ, ਦੁੱਖਾਂ ਦੀ ਉੱਥੇ ਚਰਚਾ ਕਰਨੀ ਬਿਲਕੁਲ ਬੇਕਾਰ ਹੈ। ਜਦੋਂ ਸਤ ਸੰਗਤ ਦੇ ਵਿੱਚ ਅਸੀਂ ਬੈਠੀਏ ਤਾਂ ਸਿਰਫ ਪਰਮਾਤਮਾ ਦੇ ਨਾਮ ਦੀ ਵਡਿਆਈ ਤੇ ਉਸ ਦਾ ਸ਼ੁਕਰਾਨਾ ਹੀ ਅਦਾ ਹੋਵੇ, ਤੇ ਮਨ ਦੇ ਵਿੱਚ ਹਮੇਸ਼ਾ ਹੀ ਗੁਰੂ ਦੇ ਨਾਲ ਜੁੜਨ ਦਾ ਭਾਵ ਜਿਹੜਾ ਉਹ ਬਣਾਈ ਰੱਖੀਏ। ਸੋ ਇਸ ਪ੍ਰਕਾਰ ਇਸ ਸ਼ਲੋਕ ਦੀ ਜਿਹੜੀ ਵਿਆਖਿਆ ਸੀ ਉਹ ਅਸੀਂ ਪੂਰੀ ਕਰਦੇ ਹਾਂ ਅੱਜ ਦੇ ਇਸ ਲੈਕਚਰ ਦੇ ਰਾਹੀਂ। ਅਗਲੀਆਂ ਜਿਹੜੀਆਂ ਰਚਨਾਵਾਂ ਬਚ ਗਈਆਂ ਨੇ ਉਹ ਗੁਰੂ ਅੰਗਦ ਦੇਵ ਜੀ ਦੀ ਰਚਨਾ ਭਾਗ 2 ਜਿਹੜਾ ਲੈਕਚਰ ਹੋਏਗਾ ਦਸੰਬਰ ਮਹੀਨੇ ਵਿੱਚ, ਉਹਦੇ ਵਿੱਚ ਅਸੀਂ ਇਹ ਕਰਾਂਗੇ। ਸੋ ਬੱਚਿਓ, ਤੁਹਾਨੂੰ ਬਾਖੂਬੀ ਮੈਂ ਦੱਸ ਦਿੱਤਾ ਕਿ ਇਸ ਪੋਰਸ਼ਨ ਦੇ ਵਿੱਚੋਂ ਤੁਹਾਨੂੰ ਪ੍ਰਸੰਗ ਸਹਿਤ ਵਿਆਖਿਆ ਪੁੱਛੀ ਜਾਣੀ ਆ। ਪ੍ਰਸੰਗ ਕਿਵੇਂ ਲਿਖਣਾ ਹੈ ਉਹਦੇ ਬਾਰੇ ਵੀ ਆਪਾਂ ਗੱਲ ਕੀਤੀ, ਤੇ ਵਿਆਖਿਆ ਜਿਹੜੀ ਆ ਉਹ ਪੂਰੇ ਵਾਕਾਂ ਦੇ ਵਿੱਚ ਲਿਖਣੀ ਆ। ਵਾਕਾਂ ਨੂੰ ਖਤਮ ਕਰਕੇ ਪੂਰਨ ਵਿਸ਼ਰਾਮ ਲਾਉਣਾ ਹੈ। ਜਿੰਨੀਆਂ ਤੁਕਾਂ ਨੇ ਘੱਟੋ ਘੱਟ ਓਨੇ ਵਾਕ ਤਾਂ ਜ਼ਰੂਰ ਬਣਨਗੇ, ਉਸ ਤੋਂ ਵੱਧ ਹੀ ਬਣਨਗੇ। ਸੋ ਇਹ ਖਿਆਲ ਰੱਖਣਾ ਹੈ। ਪੂਰਾ ਲੰਬਾ ਲੇਖ ਨਹੀਂ ਲਿਖ ਜਾਣਾ ਵਿਆਖਿਆ ਦੇ ਵਿੱਚ। ਬਹੁਤ ਧਿਆਨ ਰੱਖਿਆ ਕਰੋ, ਸੰਖੇਪਤਾ ਦਾ ਗੁਣ ਜ਼ਰੂਰ ਹੋਣਾ ਚਾਹੀਦਾ। ਤੇ ਇਸ ਪੋਰਸ਼ਨ ਦੇ ਵਿੱਚੋਂ ਅਗਲੀ ਜਿਹੜੀ ਗੱਲ ਆ ਉਹ ਤੁਹਾਨੂੰ ਵਸਤੂਨਿਸ਼ਟ ਪ੍ਰਸ਼ਨ ਵੀ ਪੁੱਛੇ ਜਾ ਸਕਦੇ ਨੇ, ਕਿਉਂਕਿ ਵਿੱਚੋਂ ਕਿਸ ਨੂੰ ਕੀ ਕਿਹਾ ਗਿਆ ਹੈ, ਗੁਰੂ ਜੀ ਵੱਲੋਂ ਕਿਸ ਚੀਜ਼ ਨੂੰ ਵਡਿਆਇਆ ਗਿਆ, ਜਿਹੜੇ ਛੋਟੇ ਉੱਤਰਾਂ ਵਾਲੇ ਇੱਕ ਨੰਬਰ ਵਾਲੇ ਪ੍ਰਸ਼ਨ ਹੁੰਦੇ ਨੇ ਉਹ ਵੀ ਇਸ ਪੋਰਸ਼ਨ ਦੇ ਵਿੱਚੋਂ ਪੁੱਛੇ ਜਾਣੇ ਨੇ। ਸੋ ਮੈਨੂੰ ਪੂਰੀ ਉਮੀਦ ਹੈ ਕਿ ਅੱਜ ਦਾ ਇਹ ਪਾਠ ਤੁਸੀਂ ਚੰਗੀ ਤਰ੍ਹਾਂ ਸਮਝ ਲਿਆ ਹੋਵੇਗਾ ਤੇ ਨੋਟਸ ਵੀ ਬਣਾਏ ਹੋਣਗੇ, ਤੇ ਦੁਬਾਰਾ ਇਸ ਟੌਪਿਕ ਨੂੰ ਪੜ੍ਹ ਕੇ ਜ਼ਰੂਰ ਚੰਗੀ ਤਰ੍ਹਾਂ ਨਾਲ ਹੋਰ ਤਿਆਰੀ ਜਿਹੜੀ ਆ ਉਹ ਕਰ ਲਵੋਗੇ। ਤੇ ਜੇ ਕੋਈ ਮੁਸ਼ਕਲ ਆਉਂਦੀ ਆ ਤਾਂ ਆਪਣੇ ਲੈਕਚਰਰ ਜਿਹੜੇ ਸੰਬੰਧਿਤ ਵਿਸ਼ਾ ਅਧਿਆਪਕ ਨੇ ਉਹਨਾਂ ਕੋਲੋਂ ਜਾਣਕਾਰੀ ਤੁਸੀਂ ਹਾਸਿਲ ਕਰ ਲਵੋਗੇ।